ਹਾਂਜੀ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਅੱਜ ਨੈਟਵਰਕਿੰਗ ਯੂਨਿਟ ਦੇ ਵਿੱਚੋਂ ਨੈਟਵਰਕ ਟੋਪੋਲੋਜੀ ਅਤੇ ਇਸ ਨੂੰ ਐਕਸੈਸ ਕਰਨ ਦੇ ਤਰੀਕੇ ਬਾਰੇ ਕੀ ਕਰਾਂਗੇ ਪੜਾਂਗੇ। ਜਿਵੇਂ ਤੁਸੀਂ ਘਰ ਦੇ ਵਿੱਚ ਆਪਣੇ ਜਿਹੜਾ ਸਮਾਨ ਹੁੰਦੇ ਨੇ, ਠੀਕ ਹੈ, ਅਰੇਂਜ ਕਰਦੇ ਨੇ, ਉਹਨਾਂ ਦਾ ਪ੍ਰਬੰਧ ਕਰਦੇ ਹੋ, ਕਿਹੜੀ ਚੀਜ਼ ਕਿੱਥੇ ਰੱਖਣੀ, ਠੀਕ ਹੈ। ਇਸੇ ਤਰ੍ਹਾਂ ਆਪਾਂ ਨੈਟਵਰਕ ਦੇ ਵਿੱਚ ਜਿਹੜੇ ਆਪਣੇ ਕੋਲ ਨੋਡਸ ਹੁੰਦੇ ਨੇ, ਕੰਪਿਊਟਰਸ ਹੁੰਦੇ ਨੇਗੇ, ਠੀਕ ਹੈ, ਅਤੇ ਜਿਹੜੀਆਂ ਡਿਵਾਈਸਾਂ ਹੁੰਦੇ ਨੇ ਉਹਨਾਂ ਨੂੰ ਕਿਵੇਂ ਪ੍ਰਬੰਧ ਕਰਨਾ ਹੈ, ਉਹਨੂੰ ਕੀ ਬੋਲਦੇ ਆਪਾਂ, ਇੱਕ ਨੈਟਵਰਕ ਟੋਪੋਲੋਜੀ। ਉਹਦੀ ਸ਼ੇਪ ਨੂੰ ਦੇਖਦੇ ਹੋਏ ਆਪਾਂ ਉਸ ਨੂੰ ਇੱਕ ਨਾਮ ਦੇ ਦਿੰਦੇ ਹਾਂ, ਠੀਕ ਹੈ ਜੀ। ਜਿਵੇਂ ਵੱਖ-ਵੱਖ ਟੋਪੋਲੋਜੀਆਂ ਤੁਹਾਨੂੰ ਪਤਾ ਹੀ ਹੈ, ਪਹਿਲਾਂ ਤੁਸੀਂ ਪੜ੍ਹਿਆ ਹੋਣਾ ਬਸ ਟੋਪੋਲੋਜੀ, ਸਟਾਰ ਟੋਪੋਲੋਜੀ, ਰਿੰਗ ਟੋਪੋਲੋਜੀ, ਮੈਸ਼ ਟੋਪੋਲੋਜੀ। ਇਸ ਤਰ੍ਹਾਂ ਜਿਹੜੀਆਂ ਟੋਪੋਲੋਜੀਆਂ ਆਪਾਂ ਯੂਜ਼ ਕਰਦੇ ਉਹ ਕੀ ਹੈ, ਆਪਾਂ ਨੇ ਡਿਵਾਈਸਿਸ ਜਿਹੜੇ ਕੰਪਿਊਟਰ ਦਾ ਪ੍ਰਬੰਧ ਇਸ ਤਰ੍ਹਾਂ ਉਹਨਾਂ ਦੀ ਸ਼ੇਪ ਇਸ ਤਰ੍ਹਾਂ ਦੀ ਕੀਤੀ ਹੈ, ਜਿਹੜਾ ਕਿ ਉਹਨਾਂ ਨੂੰ ਆਪਾਂ ਦੇਖ ਕੇ ਉਸ ਸਟਰਕਚਰ ਨੂੰ ਦੇਖ ਕੇ, ਠੀਕ ਹੈ, ਉਸ ਨੂੰ ਇੱਕ ਨਾਮ ਦਿੱਤਾ ਗਿਆ ਪਾਰਟੀਕੂਲਰ। ਜਿਵੇਂ ਇਹਨਾਂ ਨੇ ਲਿਖਿਆ ਫਿਜ਼ੀਕਲ ਟੋਪੋਲੋਜੀ ਤੋਂ ਤੁਹਾਡਾ ਕੀ ਭਾਵ ਹੈ, ਜਿਵੇਂ ਨੈਟਵਰਕ ਭਾਗ, ਜਿਵੇਂ ਡਿਵਾਈਸਿਸ ਦੀ ਜਗ੍ਹਾ ਅਤੇ ਕੇਬਲ ਦੀ ਇੰਸਟਾਲੇਸ਼ਨ। ਆਪਾਂ ਕੇਬਲ ਲਗਾਉਂਦੇ ਹਾਂ, ਜੋੜਦੇ ਹਾਂ ਕੇਬਲ ਨੂੰ, ਉਹਦੀ ਸਥਿਤੀ ਬਾਰੇ ਕੀ ਦੱਸਦਾ ਜੀ, ਇਹ ਦੱਸਦਾ ਫਿਜ਼ੀਕਲ, ਕਿ ਆਪਾਂ ਫਿਜ਼ੀਕਲੀ ਉਹਨੂੰ ਕਿਵੇਂ ਜੋੜਿਆ, ਭੌਤਿਕ ਭਾਗ ਦੇ ਵਿੱਚ ਆਪਾਂ ਕਿਵੇਂ ਜੋੜਿਆ। ਲੌਜੀਕਲ ਟੋਪੋਲੋਜੀ ਤੋਂ ਭਾਵ ਹੈ ਜੀ ਨੈਟਵਰਕ ਰਾਹੀਂ ਆਪਾਂ ਡਾਟਾ ਕਿਵੇਂ ਭੇਜਿਆ ਤੇ ਪ੍ਰਾਪਤ ਕੀਤਾ। ਦੋ ਤਰ੍ਹਾਂ ਦੀ ਟੋਪੋਲੋਜੀ ਦਿਖਾਤੀ, ਤੁਹਾਨੂੰ ਦੱਸਿਆ ਹੈ। ਪਹਿਲਾਂ ਸਭ ਤੋਂ ਪਹਿਲਾਂ ਇੱਕ ਟੋਪੋਲੋਜੀ ਕੀ ਹੁੰਦੀ ਹੈ ਕਿ ਆਪਾਂ ਉਹਨੂੰ ਪ੍ਰਬੰਧ ਕਿਵੇਂ ਕੀਤਾ ਹੈ, ਠੀਕ ਹੈ ਜੀ, ਉਹਨਾਂ ਕੰਪਿਊਟਰਾਂ ਦਾ ਡਿਵਾਈਸਿਸ ਦਾ ਪ੍ਰਬੰਧ ਕਿਵੇਂ ਕੀਤਾ ਹੈ। ਉਸ ਤੋਂ ਕਹਿੰਦੇ ਫਿਜ਼ੀਕਲ ਦੇ ਵਿੱਚ ਜਿਹੜੀ ਡਿਵਾਈਸ ਨੇ, ਉਹਦੀ ਜਗ੍ਹਾ, ਉਹਦਾ ਸਥਾਨ, ਤੇ ਜਿਹੜੀ ਕੇਬਲ ਆਪਾਂ ਜੋੜੀਏ ਨਾਲ, ਉਹਨੂੰ ਉਹਦੀ ਸਥਿਤੀ ਬਾਰੇ ਕੀ ਹੈ ਦੱਸਦਾ, ਫਿਜ਼ੀਕਲੀ ਆਪਾਂ ਕਿਸ ਤਰ੍ਹਾਂ ਉਹਨੂੰ ਜੋੜਿਆ। ਲੌਜੀਕਲੀ ਕੀ ਹੈ, ਜਿਹੜਾ ਆਪਾਂ ਡਾਟਾ ਟ੍ਰਾਂਸਮਿਟ ਕਰ ਰਹੇ ਹਾਂਗੇ ਨੈਟਵਰਕ ਦੇ ਵਿੱਚ, ਉਹਨੂੰ ਕਿਵੇਂ ਭੇਜਿਆ, ਕਿਵੇਂ ਪ੍ਰਾਪਤ ਕੀਤਾ ਹੈ, ਇਹ ਸਾਰਾ ਕੀ ਹੈ ਇੱਕ ਲੌਜੀਕਲ, ਠੀਕ ਹੈ, ਵੇ ਨਾਲ ਆਪਾਂ ਦੱਸ ਸਕਦੇ ਹਾਂ ਕਿ ਲੌਜੀਕਲ ਟੋਪੋਲੋਜੀ ਹੈ। ਜਿਹੜਾ ਟੋਪੋਲੋਜੀ ਰਾਹੀਂ ਫਿਜ਼ੀਕਲ ਨੈਟਵਰਕ ਨੂੰ ਗ੍ਰਾਫਿਕਲ ਜਿਹੜਾ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਜਿਹੜੀਆਂ ਮੁੱਢਲੀਆਂ ਆਮ ਜਿਹੜੀਆਂ ਯੂਜ਼ ਹੁੰਦੀਆਂ ਨੇ, ਬਸ ਟੋਪੋਲੋਜੀ, ਸਟਾਰ, ਰਿੰਗ, ਮੈਸ਼ ਅਤੇ ਹਾਈਬ੍ਰਿਡ ਨੇ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬਸ ਟੋਪੋਲੋਜੀ। ਉਸ ਤੋਂ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗੇ। ਬਸ ਟੋਪੋਲੋਜੀ ਵਿੱਚ ਹਰ ਇੱਕ ਨੋਡ ਇੱਕ ਸਿੰਗਲ ਕੇਬਲ ਨਾਲ ਜੁੜਿਆ ਹੁੰਦਾ। ਪਹਿਲੀ ਗੱਲ ਤਾਂ ਜਿਹੜਾ ਹਰ ਇੱਕ ਕੰਪਿਊਟਰ ਨੇ ਨੋਡ ਬੋਲਦੇ ਆਪਾਂ ਨੈਟਵਰਕ ਦੇ ਵਿੱਚ, ਹੋਸਟ ਵੀ ਬੋਲਦੇ ਨੇ, ਨੋਡ ਵੀ ਬੋਲਦੇ ਨੇ, ਠੀਕ ਹੈ। ਇੱਕ ਸਿੰਗਲ ਕੇਬਲ ਨਾਲ ਜੁੜਿਆ ਹੁੰਦਾ, ਇੱਕ ਸਿੰਗਲ ਤਾਰ ਨਾਲ ਜੁੜਿਆ ਹੁੰਦਾ। ਇਸ ਨੂੰ ਕੀ ਕਹਿੰਦੇ ਨੇ, ਟਰੰਕ ਕਹਿੰਦੇ ਨੇ, ਜਾਂ ਰੀੜ ਦੀ ਹੱਡੀ ਕਹਿੰਦੇ ਉਸ, ਜਿਹੜਾ ਕਿ ਕਮਿਊਨੀਕੇਸ਼ਨ ਲਈ ਟ੍ਰਾਂਸਮਿਸ਼ਨ ਮੀਡੀਆ ਵਜੋਂ ਵਰਤਿਆ ਜਾਂਦਾ। ਜਿਹੜੀ ਵੀ ਆਪਾਂ ਸੰਚਾਰ ਕਰਦੇ ਹਾਂ, ਟ੍ਰਾਂਸਮਿਟ ਕਰਦੇ ਹਾਂ ਡਾਟਾ, ਉਸ ਦੇ ਵਜੋਂ ਵਰਤਿਆ ਜਾਂਦਾ। ਇਸ ਨੂੰ ਸਿਗਨਲ ਜਿਹੜੇ ਕੇਬਲ ਨਾਲ ਜੁੜੇ ਹੋਏ ਸਰੋਤ ਕੰਪਿਊਟਰ ਨਾਲ ਦੂਜੇ ਕੰਪਿਊਟਰਾਂ ਵਿੱਚ ਚਲੇ ਜਾਂਦੇ, ਜਦੋਂ ਤੱਕ ਕਿ ਡੈਸਟੀਨੇਸ਼ਨ ਕੰਪਿਊਟਰ ਡਾਟਾ ਪ੍ਰਾਪਤ ਨਾ ਕਰ ਲਵੇ। ਜੇਕਰ ਨਹੀਂ ਤਾਂ ਮਸ਼ੀਨ ਉਸ ਡਾਟਾ ਨੂੰ ਨਜ਼ਰ ਅੰਦਾਜ਼ ਕਰ ਦਿੰਦੀ ਹੈ। ਇਸ ਦੇ ਵਿੱਚ ਦੇਖੋ ਜੀ, ਜਿਹੜਾ ਨੋਡਸ ਨੇ, ਕੋਐਕਸੀਅਲ ਕੇਬਲ, ਜਿਹੜੀ ਤੁਹਾਡੀ ਟੀਵੀ ਦੇ ਵਿੱਚ ਕੇਬਲ ਜਾਂਦੀ ਹੈ, ਸਿੰਗਲ ਵਾਇਰ ਜਾਂਦੀ ਹੈ, ਠੀਕ ਹੈ, ਸਿੰਗਲ ਕੰਡਕਟਰ ਹੁੰਦਾ ਉਹਦੇ ਵਿੱਚ। ਤੁਸੀਂ ਘਰਾਂ ਵਿੱਚ ਦੇਖਿਆ ਟੀਵੀ ਕੇਬਲ ਬਲੈਕ, ਉਹ ਕੋਐਕਸੀਅਲ ਕੇਬਲ ਹੈ। ਕੋਐਕਸੀਅਲ ਕੇਬਲ ਦੇ ਵਿੱਚ ਸਭ ਤੋਂ ਪਹਿਲਾਂ ਆਊਟਰ ਜੈਕਟ ਲੱਗਿਆ ਹੁੰਦਾ, ਫਿਰ ਇਨਰ ਲੱਗਿਆ ਹੁੰਦਾ, ਫਿਰ ਇੱਕ ਉਹਦੇ 'ਚ ਸ਼ੀਲਡ ਹੁੰਦੀ ਹੈਗੀ, ਤੁਸੀਂ ਦੇਖਿਆ ਹੋਊਗਾ, ਠੀਕ ਹੈ, ਚਾਂਦੀ ਟਾਈਪ ਜੀ ਸ਼ੀਲਡ ਹੁੰਦੀ ਹੈਗੀ। ਉਸ ਤੋਂ ਬਾਅਦ ਇੱਕ ਫਿਰ ਕੰਡਕਟਰ ਲੱਗ ਜਾਂਦਾ ਜੀ, ਫਿਰ ਇੱਕ ਕੰਡਕਟਰ ਨਿਕਲਦਾ ਵਿੱਚੋਂ, ਤਾਂਬੇ ਦੀ ਤਾਰ ਨਿਕਲਦੀ ਜਿਹੜੀ, ਜਿਹਨੂੰ ਕੀ ਹੈ ਟੀ ਕਨੈਕਟਰ ਦੀ ਵਰਤੋਂ ਕਰਕੇ ਕਿ ਅੰਦਰੂਨੀ ਜੋੜਿਆ ਜਾਂਦਾ ਹੈ। ਇੱਕ ਮੂਹਰੇ ਤੁਸੀਂ ਦੇਖਿਆ ਕਨੈਕਟਰ ਜਿਹਾ ਲੱਗਿਆ ਹੈ। ਜਾਂ ਆਪਾਂ ਘਰਾਂ ਦੇ ਵਿੱਚ ਪਾਈਪਿੰਗ ਕਰਦੇ, ਜਦੋਂ ਆਪਾਂ ਟੀ ਪਵਾਉਣੇ ਵਿੱਚ, ਕਿ ਉਧਰੋਂ ਵੀ ਸਪਲਾਈ ਆਈ ਜਾਵੇ, ਉਧਰੋਂ ਵੀ ਸਪਲਾਈ ਆਈ ਜਾਵੇ। ਜੋ ਨੋਡਸ ਵਿੱਚ ਕਨੈਕਸ਼ਨ ਨੂੰ ਬਣਦੇ ਨੇ। ਮੰਨ ਲਓ ਤੁਹਾਡੇ ਘਰ ਦੇ ਵਿੱਚ ਪਾਈਪ ਹੈ ਜੀ, ਤੁਸੀਂ ਕਦੇ ਆਰਓ ਪਲਾਂਟ ਤੇ ਗਏ ਹੋਵੋਗੇ। ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆਰਓ ਪਲਾਂਟ ਦੀ। ਆਰਓ ਪਲਾਂਟ ਤੇ ਦੇਖੋ ਤੁਸੀਂ ਇੱਕ ਪਾਈਪ ਲੱਗੀ ਹੁੰਦੀ, ਉਹਦੇ ਵਿਚਾਲੇ ਕਿ ਥਾਂ ਤੇ ਜਿਹੜੀਆਂ ਟੈਪਸ ਹੁੰਦੀਆਂ, ਟੂਟੀਜ਼ ਲੱਗੀ, ਨਲ ਲੱਗੇ ਹੁੰਦੇ ਨੇ, ਉਹ ਕੀ ਇੱਕ ਟੀ ਕਨੈਕਟਰ ਪਾਏ ਹੁੰਦੇ ਨੇ ਉਹਦੇ ਵਿਚਾਲੇ। ਜਿੱਥੇ ਆਪਾਂ ਟੂਟੀ ਲਗਾਉਣੀ ਹੈ, ਟੈਪ ਲਗਾਉਣੀ ਹੈ, ਉੱਥੇ ਆਪਾਂ ਟੀ ਕਨੈਕਟਰ ਪਾ, ਉੱਥੇ ਇੱਕ ਟੂਟੀ ਕੱਟਣਾ, ਠੀਕ ਹੈ। ਇਸ ਤਰ੍ਹਾਂ ਜਿਹੜਾ ਬਸ ਟੋਪੋਲੋਜੀ ਆ, ਉਸ ਦੇ ਵਿੱਚ ਆਪਾਂ ਜਦੋਂ ਵੀ ਆਪਾਂ ਕੰਪਿਊਟਰ ਨੂੰ ਜੋੜ ਦਿਆਂਗੇ ਤਾਂ ਇੱਕ ਟੀ ਕਨੈਕਟਰ ਵਰਤੋਂ ਕਰਕੇ ਉਹਨਾਂ ਨੂੰ, ਤੇ ਅੰਤ ਦੇ ਵਿੱਚ ਆਪਾਂ ਵਰਤੋਂ ਕੀਤਾ ਜਾਂਦਾ ਜੀ ਸਿਗਨਲ ਨੂੰ ਸੌਖਣ ਵਾਸਤੇ। ਟਰਮੀਨੇਟਰ ਆਪਾਂ ਲਾਣੇ, ਜਿਵੇਂ ਪਲੱਗ ਲਾਣੇ, ਪਾਈਪਿੰਗ ਦੇ ਵਿੱਚ ਪਲੱਗ ਲਾਣੇ, ਤੁਸੀਂ ਦੇਖਦੇ ਹੋਵੋਗੇ, ਠੀਕ ਹੈ, ਪਲੱਗ ਨਾਲ ਕਿ ਬੰਦ ਹੋ ਜਾਂਦਾ ਉਹ। ਇਸ ਦੇ ਵਿੱਚ ਕੀ ਇੰਸਟਾਲੇਸ਼ਨ ਕਰਨਾ ਬਹੁਤ ਆਸਾਨ ਹੈ ਜੀ, ਘੱਟ ਖਰਚਾ ਆਉਂਦਾ। ਤੁਹਾਨੂੰ ਪਤਾ ਇੱਕ ਸਿੰਗਲ ਪਾਈਪ ਹੈ, ਉਸ ਵਿੱਚ ਆਪਾਂ ਜਿੰਨੀ ਮਰਜ਼ੀ ਲਾਈ ਜਾਈਏ, ਵਾਰ-ਵਾਰ ਹਰ ਇੱਕ ਟੂਟੀ ਦੇ ਲਈ ਆਪਾਂ ਨੂੰ ਅਲੱਗ ਕੀ ਹੈ ਜੀ ਪਾਈਪ ਲਾਉਣ ਦੀ ਲੋੜ ਨਹੀਂ। ਇਸੇ ਤਰ੍ਹਾਂ ਹੀ ਬਸ ਟੋਪੋਲੋਜੀ ਦੇ ਵਿੱਚ ਹਰ ਇੱਕ ਕੰਪਿਊਟਰ ਦੇ ਲਈ ਅਲੱਗ-ਅਲੱਗ ਜਿਹੜੀ ਤਾਰਾਂ, ਜਿਹੜੀਆਂ ਵਾਇਰਿੰਗ ਹੈ ਕਰਨ ਦੀ ਲੋੜ ਨਹੀਂ, ਆਪਾਂ ਉਸੇ ਤਾਰ ਨੂੰ ਟੀ ਕਨੈਕਟਰ ਦੇ ਨਾਲ ਜੋੜ ਸਕਦੇ। ਭਾਵੇਂ ਸਾਰੇ ਕੰਪਿਊਟਰ ਕੇਵਲ ਇੱਕ ਕੇਬਲ ਤੇ ਨਿਰਭਰ ਹੁੰਦੇ ਨੇ, ਪਰ ਜਦੋਂ ਕੇਬਲ ਟੁੱਟਣ
ਟੁੱਟ ਜਾਈ ਜਾਂ ਕਨੈਕਸ਼ਨ ਟੁੱਟ ਜਾਣ ਤਾਂ ਸਾਰਾ ਨੈਟਵਰਕ ਕੀ ਹੈ ਡਾਊਨ ਹੋ ਜਾਂਦਾ। ਤੁਹਾਨੂੰ ਪਤਾ ਹੈ ਜੇ ਕਿਤੋਂ ਬ੍ਰੇਕ ਹੋ ਜਾਏ ਕੇਬਲ ਤਾਂ ਜਿਹੜਾ ਸਾਰਾ ਸਿਸਟਮ ਹੈ ਉਹ ਕੀ ਹੈ ਰੁਕ ਜੂਗਾ। ਇਹਦਾ ਕੀ ਹੈ ਜੀ ਡਰੋਬੈਕ ਹੈ, ਹਾਨੀ ਇਹਦੀਆਂ, ਠੀਕ ਹੈ। ਅਤੇ ਹੱਲ ਕਰਨ ਦੇ ਵਿੱਚ ਕੀ ਮੁਸ਼ਕਿਲ ਵੀ ਆ ਸਕਦੀ ਹੈ। ਐਂ ਤੁਹਾਨੂੰ ਪਤਾ ਲੱਗਣਾ ਕਿਹੜੀ ਜਗ੍ਹਾ ਤੋਂ ਟੁੱਟਿਆ, ਬਟ ਮੁਸ਼ਕਿਲ ਆਪਾਂ ਫਾਈਂਡ ਕਰ ਸਕਦੇ ਹਾਂ, ਸਮੱਸਿਆ ਲੱਭ ਵੀ ਸਕਦੇ ਜਲਦੀ। ਕਿਵੇਂ ਲੱਭ ਸਕਦੇ ਹਾਂ? ਦੇਖੋ ਆਪਾਂ ਨੂੰ ਪਤਾ ਕਿ ਜਿਹੜੀ ਪਾਈਪ ਰਾਹੀਂ ਜਾਂ ਕਿਹੜੀ ਤਾਰ ਰਾਹੀਂ ਕਿੱਥੇ ਕੰਪਿਊਟਰ ਦੇ ਵਿੱਚ ਦਿੱਕਤ ਆ ਰਹੀ ਡਾਟਾ ਟ੍ਰਾਂਸਫਰ ਹੋਣ ਤੇ ਆਪਾਂ ਉੱਥੋਂ ਚੈੱਕ ਕਰਾਂਗੇ ਪਹਿਲਾਂ, ਠੀਕ ਹੈ। ਇਸ ਤਰ੍ਹਾਂ 1 ਬਾਈ 1 ਆਪਾਂ ਕੀ ਉਹ ਸਿਸਟਮ ਕੀ ਚੈੱਕ ਕਰ। ਆ ਦੇਖੋ ਤੁਹਾਡੇ ਲਈ ਗ੍ਰਾਫਿਕਲ ਨਜ਼ਰ ਆ ਰਹੀ ਹੈਗੀ ਇਮੇਜ। ਆ ਟਰਮੀਨੇਟਰ ਲੱਗੇ ਹੋਏ ਨੇ, ਇੱਧਰ ਵੀ ਟਰਮੀਨੇਟਰ ਲੱਗਾ, ਇੱਧਰ ਵੀ ਪਲੱਗ। ਇਹਨਾਂ ਵਿਚਕਾਰ ਕੀ ਆਪਾਂ ਨੇ ਟੀਕਨੇਟਰ ਲਾ ਕੇ ਕੰਪਿਊਟਰ ਇੱਥੇ ਜੁੜਿਆ ਹੈ, ਇੱਥੇ ਇੱਥੇ, ਠੀਕ ਹੈ। ਅੱਗੇ ਫਿਰ 3 ਜੁੜੇ ਹੋਏ ਨੇ, ਆ ਮੇਨ ਸਰਵਰ ਹੈ, ਠੀਕ ਹੈ। ਇਸ ਤਰ੍ਹਾਂ ਜਿਹੜੀ ਬਸ ਟੋਪੋਲੋਜੀ ਆਪਾਂ ਯੂਜ਼ ਕਰਦੇ ਜਿਹਨੂੰ ਲੀਨੀਅਰ ਟੋਪੋਲੋਜੀ ਵੀ ਕਹਿੰਦੇ। ਇੱਕ ਲੀਨੀਅਰ ਹੈ, ਇੱਕ ਲਾਈਨ ਦੀ ਟਾਈਪ ਤੁਹਾਨੂੰ ਨਜ਼ਰ ਆ ਰਹੀ ਹੈ ਸੀਕੁਐਂਸ ਟਾਈਪ। ਕਹਿੰਦੇ ਭਾਵੇਂ ਤੁਸੀਂ ਉਹਨੂੰ ਕੰਪਿਊਟਰ ਨੂੰ ਜੋੜਨ ਲਈ ਆਸਾਨ ਤਰੀਕਾ ਹੀ ਇਹ, ਪਰ ਉਸ ਸਮੇਂ ਮੁਸ਼ਕਿਲ ਹੁੰਦੀ ਹੈ ਜਦੋਂ 2 ਕੰਪਿਊਟਰਾਂ ਨੂੰ ਇੱਕੋ ਸਮੇਂ ਡਾਟਾ ਭੇਜਣ ਦੀ ਲੋੜ ਹੁੰਦੀ ਹੈ। ਮੰਨ ਲਓ ਮੈਂ ਇਹਨੂੰ ਭੇਜਣਾ ਹੈ, ਇਹਨੂੰ ਵੀ ਭੇਜਣਾ ਹੈ ਡਾਟਾ, ਤਾਂ ਮੁਸ਼ਕਿਲ ਹੋਊਗੀ। ਤਾਂ ਪਹਿਲਾਂ ਇਸ ਨੂੰ ਜਾਊਗਾ, ਫਿਰ ਇਸ ਤੋਂ ਬਾਅਦ ਇਸ ਨੂੰ ਜਾਊਗਾ, ਠੀਕ ਹੈ ਜੀ। ਤਾਂ ਜਿਹੜਾ ਪਹਿਲਾਂ ਕੰਪਿਊਟਰ ਨੇੜੇ ਹੈ ਪਹਿਲਾਂ ਉਸ ਕੋਲ ਜਾਊਗਾ, ਫਿਰ ਉਹ ਜਿਹੜਾ ਦੂਰ ਆ ਫਿਰ ਉਸ ਤੱਕ ਜਾਊਗਾ। ਇਸ ਤਰ੍ਹਾਂ ਟਕਰਾਅ ਨੂੰ ਹੱਲ ਕਰਨ ਦੇ ਲਈ CSMA CD ਜਿਹੜਾ ਪ੍ਰੋਟੋਕੋਲ ਆਪਾਂ ਕੱਲ ਕੀਤਾ ਸੀ ਕਲੀਜ਼ਨ ਡਿਟੈਕਸ਼ਨ ਵਾਲਾ, ਠੀਕ ਹੈ, ਕੰਜੈਸ਼ਨ ਡਿਟੈਕਸ਼ਨ ਵਾਲਾ, ਉਹਨੂੰ ਯੂਜ਼ ਕਰਦੇ ਆ। ਇਸ ਦੇ ਵਿੱਚ ਜਿਹੜੇ 2 ਬੈਂਡਸ ਹੁੰਦੇ ਨੇ 10/2 ਅਤੇ 10/5 ਥਿਕਨੈਟ ਕੀ ਸਟੈਂਡਰਡ ਪ੍ਰੋਟੋਕੋਲ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਇੱਕ ਹੋਰ ਐਗਜ਼ਾਮਪਲ ਦਿੰਦੇ, ਤੁਸੀਂ ਆਮ ਬੱਸ ਦੇ ਵਿੱਚ ਬੈਠਦੇ ਹੋਗੇ, ਜਿੰਨੀ ਮਰਜ਼ੀ ਨਹੀਂ ਇੱਕ ਤੁਹਾਨੂੰ ਬੇ ਹੁੰਦਾ ਗਾ ਰਸਤਾ ਹੁੰਦਾ ਜਿੱਥੇ ਤੁਸੀਂ ਚੜ੍ਹਦੇ ਹੋਗੇ ਉਤਰਦੇ ਹੋ ਨਾ, 2 ਟਰਮੀਨੇਟਰ ਹੁੰਦੇ ਨਾ, ਇੱਕ ਇਨ ਵਾਲਾ ਇੱਕ ਆਊਟ ਵਾਲਾ, ਵਿਚਾਲੇ ਕੀ ਜਗ੍ਹਾ ਖਾਲੀ ਹੁੰਦੀ ਜਿੱਥੇ ਤੁਸੀਂ ਬੈਠਦੇ ਜਾ ਕੇ ਸੀਟਾਂ ਤੇ ਅਲੱਗ-ਅਲੱਗ ਸੀਟਾਂ, ਜਿਵੇਂ ਤੁਸੀਂ ਜੁੜਦੇ ਹੋ। ਇਸੇ ਤਰ੍ਹਾਂ ਹੀ ਆਪਾਂ ਕੰਪਿਊਟਰ ਨੂੰ ਵੀ ਇੱਕ ਸਿੰਗਲ ਤਾਰ ਦੇ ਰਾਹੀਂ ਇੱਕ ਥਾਂ ਤੇ ਜਿਵੇਂ ਮਰਜ਼ੀ ਜੋੜ ਸਕਦੇ ਹੋ, ਜਦੋਂ ਮਰਜ਼ੀ, ਆਸਾਨ ਤਰੀਕਾ ਇਸ ਕਰਕੇ, ਜਿਹਨੂੰ ਇੱਕ ਬੱਸ ਟੋਪੋਲੋਜੀ ਦਾ ਨਾਮ ਦਿੱਤਾ ਗਿਆ ਹੈ। ਇਹਨੂੰ ਗ੍ਰਾਫਿਕਲੀ ਸ਼ੇਪ ਦੇਖ ਕੇ ਵੀ ਜਿਹੜਾ 10/2 ਹੈ ਜੀ, ਇਹ ਵੀ ਈਥਰਨੈਟ ਦਾ ਭਾਗ ਹੈ, ਠੀਕ ਹੈ ਜੀ, ਜੋ ਕੋਐਕਸੀਅਲ ਕੇਬਲ ਦੀ ਵਰਤੋਂ ਕਰਦਾ ਹੈ, ਜਿਸ ਦੀ ਜ਼ਿਆਦਾ ਤੋਂ ਜ਼ਿਆਦਾ ਸੈਗਮੈਂਟ ਦੀ ਲੰਬਾਈ 200 ਮੀਟਰ ਹੋ ਸਕਦੀ ਹੈ। ਮੰਨ ਲਓ ਆਪਾਂ ਨੇ ਵੱਧ ਤੋਂ ਵੱਧ ਡਾਟਾ ਟ੍ਰਾਂਸਮਿਟ ਕਰ ਸਕਦੇ ਹਾਂ 200 ਮੀਟਰ ਤੱਕ ਇੱਕ ਕੇਬਲ ਪਾ ਕੇ, ਕਿਉਂਕਿ ਸੌਖਾ ਹੈ ਉਸ ਚੀਜ਼ ਨੂੰ, ਕਿਉਂਕਿ ਸਪੀਡ ਵੀ ਦੇਖਣੀ ਆਪਾਂ ਨੇ, ਸਾਰਾ ਕੁਝ ਦੇਖਣਾ ਹੁੰਦਾ ਗਾ। ਐ ਨਹੀਂ ਆਪਾਂ ਕੇਬਲ ਭਾਵੇਂ 5 ਕਿਲੋਮੀਟਰ ਤੱਕ ਪਾ ਲਓ, ਤੁਸੀਂ ਸਪੀਡ ਵੀ ਉਹਨਾਂ, ਹੁਣ ਜਿਹੜਾ 5 ਕਿਲੋਮੀਟਰ ਤੱਕ ਜਿਹੜਾ ਕੰਪਿਊਟਰ ਜੁੜਿਆ ਹੋਏਗਾ ਉਹਨੂੰ ਕਿੰਨਾ ਟਾਈਮ ਲੱਗੂਗਾ ਉਹਨੂੰ ਡਾਟਾ ਪਹੁੰਚਣ ਦੇ ਲਈ, ਠੀਕ ਹੈ ਨਾ। ਤਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਪੈਂਦਾ ਕਿ ਕਿੰਨੇ ਸੈਕਿੰਡ ਦੇ ਵਿੱਚ ਕਿੱਥੇ ਤੱਕ ਕਿੰਨਾ ਜਿਹੜਾ ਡਾਟਾ ਟ੍ਰਾਂਸਮਿਟ ਹੁੰਦਾ, ਕਿੰਨੀ ਸਪੀਡ ਨਾਲ ਹੁੰਦਾ। ਤਾਂ ਜਦੋਂ ਦੂਰ ਤੱਕ ਜਾਂਦਾ ਹੈ ਉਹ ਕੀ ਹੈ ਵੀਕ ਹੋ ਜਾਂਦਾ ਸਿਗਨਲ। ਮੰਨ ਲਓ ਬਹੁਤ ਵੱਡੀ ਕੇਬਲ ਪਾਈ ਹੋਈ ਹੈ, ਤੁਹਾਨੂੰ ਪਤਾ ਹੈ, ਤਾਂ ਜਿੰਨਾ ਦੂਰ ਜਾਊਗਾ ਉਹਨਾਂ ਕੀ ਹੈ ਸਿਗਨਲ ਕੀ ਹੈ ਲੋਸ ਹੁੰਦਾ ਜਾਊਗਾ, ਘਟਦਾ ਜਾਊਗਾ ਉਹਨਾਂ ਨੂੰ, ਠੀਕ ਹੈ। ਜਦੋਂ ਆਪਾਂ ਦੁਬਾਰਾ ਫੇਰ ਉਸ ਤੇ ਫਾਰਮ 'ਚ ਲੈ ਕੇ ਆਉਂਦੇ ਹਾਂ, ਠੀਕ ਹੈ, ਉੱਥੇ ਕੀ ਯੂਜ਼ ਕਰਦੇ ਹਾਂ ਆਪਾਂ, ਰਿਪੀਟਰਸ ਯੂਜ਼ ਕਰਦੇ ਹਾਂ। ਉਹ ਡਿਵਾਈਸਾਂ ਨੂੰ ਕੀ ਬੋਲਦੇ ਆ, ਰਿਪੀਟਰਸ, ਜਿਹੜੀ ਤੁਹਾਡੀ ਸਿਗਨਲ ਨੂੰ ਕੀ ਕਰਦੇ ਨੇ ਜੀ, ਉਸੇ ਫਾਰਮ 'ਚ ਲੈ ਕੇ ਆਉਂਦੇ, ਜਿਹੜੇ ਵੀਕ ਸਿਗਨਲ ਹੁੰਦੇ ਨੇ ਉਹਨੂੰ ਲੰਬੀ ਦੂਰੀ ਤੈਅ ਕਰਨ ਦੇ ਲਈ ਦੁਬਾਰਾ ਫੇਰ ਭੇਜ ਦਿਓ। ਮੰਨ ਲਓ ਕੋਈ ਇੱਕ ਜਗ੍ਹਾ ਬਣਾ ਲਈ ਜੀ, ਦੂਰ ਤੱਕ ਤੁਸੀਂ ਡਾਟਾ ਭੇਜ ਰਹੇ ਹੋ, ਇੱਕ ਜਗ੍ਹਾ ਬਣਾ ਲਈ ਜਿੱਥੇ ਸਾਰਾ ਡਾਟਾ ਕੀ ਸਟੋਰ ਹੋ ਰਿਹਾ ਪਹਿਲਾਂ, ਫਿਰ ਅੱਗੇ ਉਸੇ ਸਪੀਡ ਨਾਲ ਦੁਬਾਰਾ ਉਹਨੂੰ ਅੱਗੇ ਮੂਵ ਕਰ ਰਹੇ ਨੇ। ਤਾਂ ਇਹ ਕੀ ਦਾ ਕੰਮ ਹੈ ਜੀ, ਰਿਪੀਟਰਸ। ਰਿਪੀਟਰਸ ਵੀ ਇੱਕ ਡਿਵਾਈਸ ਹੈ, ਨੈਟਵਰਕ ਡਿਵਾਈਸ, ਠੀਕ ਹੈ। ਇਸ ਤੋਂ ਬਾਅਦ ਆ ਗਈ ਜੀ ਗੱਲ ਸਟਾਰ ਟੋਪੋਲੋਜੀ। ਆਹ ਤੁਸੀਂ ਆਮ ਦੇਖਦੇ ਹੋ ਹਰੇਕ ਟੈਲੀਫੋਨ ਦੇ ਨਾਲ ਇੱਕ RJ45 ਕਨੈਕਟਰ ਲੱਗਿਆ ਹੁੰਦਾ, ਤੁਸੀਂ ਦੇਖਿਓ। ਆ ਆਪਣੇ ਲੈਂਡ ਪੋਰਟ ਅਨਸ਼ੀਲਡ ਜਿਹੜੀ ਟਵਿਸਟਡ ਪੇਅਰ ਕੇਬਲ ਹੁੰਦੀ ਹੈ, ਜਿਹੜੀ ਸ਼ੀਲਡ ਨਹੀਂ ਕੀਤੀ ਹੁੰਦੀ, ਇਹ ਆਪਣੇ ਟੈਲੀਫੋਨ ਦੇ ਵਿੱਚ ਵੀ ਲੱਗੀ ਹੁੰਦੀ ਹੈ, ਜਾਂ ਆਪਾਂ ਨੈਟਵਰਕ ਨਾਲ ਕੋਈ ਤਾਰ ਜੁੜੀ ਹੋਈ ਹੈ ਜੀ, ਆਪਾਂ ਲੈਂਡ ਕੇਬਲ ਪਾਈ ਹੋਈ ਹੈ ਉੱਥੇ ਜੁੜੀ, ਤੁਸੀਂ ਆਮ ਕੰਪਿਊਟਰ ਲੈਬ ਵਿੱਚ ਦੇਖ ਸਕਦੇ ਹੋ। ਆਹ ਸਵਿਚਸ ਹੁੰਦੀਆਂ ਨੇ ਜਿੱਥੇ ਮਲਟੀਪਲ, ਇਹ ਵੀ ਆਪਣੀ ਲੈਬ ਵਿੱਚ ਪਈ ਹੈ, ਜਿੱਥੇ ਮਲਟੀਪਲ ਜਿਹੜੇ ਸਿਸਟਮ ਦੇ ਜੁੜੇ ਹੋਏ ਨੇ, ਇਹ 5 ਜੁੜੇ ਨੇ, 6 ਜੁੜੇ ਹੋਏ ਨੇ। ਸਟਾਰ ਟੋਪੋਲੋਜੀ ਦੀ ਵਰਤੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਕੀਤੀ ਜਾਂਦੀ, ਕਹਿੰਦੇ ਜਿਸਦੇ ਵਿੱਚ ਵਿਚਕਾਰ ਇੱਕ ਕੀ ਰੱਖਿਆ ਜਾਂਦਾ ਜੀ, ਹੱਬ ਰੱਖੀ ਜਾਂਦੀ ਜਾਂ ਸਵਿਚ ਰੱਖੀ ਜਾਂਦੀ। ਹਰ ਇੱਕ ਕੰਪਿਊਟਰ ਉਸ ਡਿਵਾਈਸ ਨਾਲ ਜੁੜਿਆ ਹੁੰਦਾ ਜੀ, ਕਿਹੜੀ ਡਿਵਾਈਸ ਹੈ ਜਿਹਨੂੰ ਆਪਾਂ ਹੱਬ ਜਾਂ ਸਵਿਚ ਕਹਿੰਦੇ। ਸਭ ਤੋਂ ਪਹਿਲਾਂ ਡਾਟਾ ਕਿੱਥੇ ਜਾਊਗਾ, ਮੰਨ ਲਓ ਇਸ ਕੰਪਿਊਟਰ ਨੇ ਡਾਟਾ ਇਸ ਨੂੰ ਭੇਜਣਾ, ਤਾਂ ਪਹਿਲਾਂ ਇਸ ਨੇ
डाटा कितने जाऊगा, स्विच को जाऊगा, ये स्विच उस डिवाइस का राउटर देख के डेस्टिनेशन पाथ देख के उसनूं भेजूगा, क्योंकि उन्होंने ऐ नहीं पता कि 2 को जाना 3 वाला 4 वाला, तो इस राही की पहला स्विच को जाऊ, स्विच तो अगे उस सिस्टम पे केवल ट्विस्टेड पेयर केबल की वरतों करते सारे सिग्नल ਜਿਹੜੇ ਕੇਂਦਰੀ ਡਿਵਾਈਸ ਰਾਹੀਂ ਭੇਜੇ ਜਾਂਦੇ। ਤੁਹਾਨੂੰ ਦੱਸਿਆ ਪਹਿਲਾਂ ਜਿਹੜਾ ਡਾਟਾ ਸਾਰਾ ਕੁਝ ਵੀ ਸਿਗਨਲ ਭੇਜਣਾ ਤੁਸੀਂ ਕੇਂਦਰੀ ਡਿਵਾਈਸ ਜਿਹੜਾ ਕੀ ਹੈ ਸਵਿਚ ਵੀ ਹੋ ਸਕਦੀ ਹੈ, ਇੱਕ ਹੱਬ ਵੀ ਹੋ ਸਕਦੀ ਹੈ। ਇਸ ਨੇ ਕੰਪਿਊਟਰ ਨੂੰ ਥੋੜੇ ਹੋਰ ਇੱਕ ਸਾਈਡ ਤੇ ਕਰ ਲਓ, ਠੀਕ ਹੈ, ਸਟਾਰ ਦੀ ਫਾਰਮ ਚ ਬਣਾ ਲਓ, ਇੱਕ ਇੱਥੇ ਲਾ ਲਓ, ਇੱਕ ਇੱਥੇ ਲਗਾ ਲਓ, ਇੱਕ ਇੱਥੇ ਲਗਾ ਲਓ, ਉੱਤੇ ਸਟਾਰ ਦੀ ਟੋਪੋਲੋਜੀ ਨਜ਼ਰ ਆ ਰਹੀ। ਠੀਕ ਹੈ, ਸਟਾਰ ਟੋਪੋਲੋਜੀ ਨੂੰ ਡਿਜ਼ਾਈਨ ਕਰਨਾ, ਨੋਡਸ ਨੂੰ ਜੋੜਨਾ, ਸਿੰਗਲ ਕੇਬਲ ਦੇ ਫਿਲ ਹੋਣ ਕਰਨਾ, ਸਮੱਸਿਆ ਦਾ ਹੱਲ ਲੱਭਣਾ, ਠੀਕ ਹੈ, ਉਸ ਵਿੱਚ ਯੂਜ਼ ਕਰਦੇ ਆਪਾਂ। ਮੰਨ ਲਓ ਇੱਥੇ ਕੋਈ ਤੁਹਾਨੂੰ ਦਿੱਕਤ ਨਹੀਂ ਆਉਂਦੀ, ਜੇ ਇੱਕ ਸਿਸਟਮ ਖਰਾਬ ਹੈ ਤਾਂ ਕੋਈ ਦਿੱਕਤ ਨਹੀਂ, ਬਾਕੀ ਸਾਰੇ ਸਿਸਟਮ ਕਿਨੇ ਚੱਲਦੇ ਰਹਿਣਗੇ। ਮੰਨ ਲਓ ਆ ਸਿਸਟਮ ਖਰਾਬ ਹੈ ਦੂਸਰਾ, ਤਾਂ ਡਾਟਾ ਕੀ ਹੈ ਇੱਥੋਂ ਇਸ ਨੂੰ ਜਾ ਸਕਦਾ ਹੈ, ਇਸ ਨੂੰ ਜਾ ਸਕਦਾ, ਬਸ ਦੂਜਾ ਨੰਬਰ ਸਿਸਟਮ ਖਰਾਬ ਹੈ ਤਾਂ ਇਟ ਮੀਨਸ ਕੀ ਹੈ, ਤਾਂ ਸਾਰੇ ਆਪਾਂ ਨੂੰ ਕੀ ਸਿਸਟਮ ਜਿਹੜਾ ਸਾਰਾ ਬ੍ਰੇਕ ਨਹੀਂ ਹੁੰਦਾ, ਮੰਨ ਲਓ ਫੇਲਰ ਨਹੀਂ ਹੁੰਦਾ, ਖੜਦਾ ਨਹੀਂ ਉਹ ਸਾਰਾ ਸਿਸਟਮ, ਬਾਕੀ ਜਿਹੜੇ ਸਿਸਟਮ ਨੇ ਕੰਮ ਕਰਦੇ। ਮੰਨ ਲਓ ਆਪਣੇ ਸਕੂਲ ਦੇ ਵਿੱਚ ਐਗਜ਼ਾਮਪਲ ਲੈ ਲੈਣੇ ਆ, ਸਟਾਫ ਹੈਗਾ ਬਹੁਤ ਸਾਰਾ, ਜਿਵੇਂ 22 ਆਪਣੇ ਇੰਪਲਾਈਜ਼ ਨੇ, ਜੇ ਉਹਨਾਂ ਦੇ ਵਿੱਚ ਇੱਕ ਜਣਾ ਛੁੱਟੀ ਲੈਂਦਾ ਥੋੜੀ ਹੈ ਕਿ ਸਕੂਲ ਬੰਦ ਹੋ ਗਿਆ, ਠੀਕ ਹੈ, ਜਾਂ 2 ਜਣੇ ਛੁੱਟੀ ਲੈਂਦੇ ਨੇ ਸਕੂਲ ਫਿਰ ਬੰਦ ਹੋ ਗਿਆ, ਕੀ ਭਲਾ ਚਲੋ ਅੱਜ ਛੁੱਟੀ ਹੋ ਗਈ ਸਾਰੀ 2 ਟੀਚਰ ਦੀ ਹੈ, ਠੀਕ ਹੈ, ਸਿਸਟਮ ਜਿਹੜਾ ਉਸ ਤਰ੍ਹਾਂ ਹੀ ਕੰਮ ਕਰਦਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰਿੰਗ ਟੋਪੋਲੋਜੀ। ਰਿੰਗ ਟੋਪੋਲੋਜੀ ਦੇ ਵਿੱਚ ਇੱਕ ਸਰਕਲ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਨੇ ਸਾਰੇ ਸਿਸਟਮ, ਜਿਸ ਦੇ ਵਿੱਚ ਕੀ ਹੈ ਇੱਕ ਰਿੰਗ ਟਾਈਪ ਨੂੰ ਨਜ਼ਰ ਆਉਂਦੀ ਹੈ ਕਿ ਜਿਵੇਂ ਏ ਨੇ ਬੀ ਨੂੰ ਭੇਜਣਾ, ਬੀ ਨੂੰ ਸੀ ਅੱਗੇ ਇਸ ਤਰ੍ਹਾਂ ਹੀ ਮੂਵ ਕਰੀ ਜਾਂਦਾ, ਡਾਇਰੈਕਟਲੀ ਨਹੀਂ ਭੇਜਦਾ, ਇਨਡਾਇਰੈਕਟਲੀ ਭੇਜਦਾ, ਡੈਡੀਕੇਟਡ ਲਿੰਕ ਨਹੀਂ ਹੁੰਦਾ। ਰਿੰਗ ਟੋਪੋਲੋਜੀ ਦੇ ਵਿੱਚ ਹਰ ਇੱਕ ਨੋਡ ਹੋਰ 2 ਨੋਡਸ ਨਾਲ ਜੁੜੀ ਹੁੰਦੀ ਹੈ, ਤੁਹਾਨੂੰ ਦੱਸਿਆ ਸੀ ਜਿਵੇਂ, ਠੀਕ ਹੈ, ਜੋ ਕਿ ਹਰੇਕ ਨੋਡ ਰਾਹੀਂ ਸਿੰਗਲ ਰਸਤਾ ਬਣਾਉਂਦੀ ਹੈ, ਇੱਕ ਸਿੰਗਲ ਮਤਲਬ ਇੱਕ ਹੀ ਰਸਤਾ ਬਣਾਉਂਦੀ ਹੈ ਜਿਸ ਵਿੱਚ ਸਿੰਗਲ ਹੀ ਭੇਜੇ ਜਾਂਦੇ, ਚਾਹੇ ਅੱਗੋਂ ਭੇਜ ਲਓ ਚਾਹੇ ਪਿੱਛੇ ਭੇਜ ਲਓ। ਮੰਨ ਲਓ ਤੁਹਾਡਾ ਇੱਕ ਇੱਥੇ ਸਿਸਟਮ ਜਿਹੜਾ ਇੱਕ ਇੱਥੇ ਸਿਸਟਮ ਹੈ, ਇਹਨੇ ਇਸ ਨੂੰ ਭੇਜ ਸਕਦਾ, ਇਹ ਮੰਨ ਲਓ 3 ਜਾਣੇ ਨੇ, ਇੱਕ ਮੀਡੀਏਟਰ ਨੇ, ਠੀਕ ਹੈ, ਇੱਕ ਵਿਚਾਲੇ ਜਿਹੜਾ ਉਹ ਮੂਰਲੇ ਨੂੰ ਭੇਜ ਸਕਦਾ ਡਾਟਾ ਤੇ ਪਿਛਲੇ ਨੂੰ ਭੇਜ ਸਕਦਾ, ਠੀਕ ਹੈ, ਜਿਸ ਵਿੱਚ ਹਰ ਇੱਕ ਕਹਿੰਦੇ ਨੋਡ ਹਰ ਇੱਕ ਪੈਕਟ ਨੂੰ ਹੈਂਡਲ ਕਰਦਾ ਹੈ। ਰਿੰਗ ਟੋਪੋਲੋਜੀ 2 ਨੋਡ ਦੇ ਵਿੱਚ ਸਿਰਫ ਇੱਕ ਰਸਤਾ ਬਣਾਉਂਦੀ ਹੈ। ਰਿੰਗ ਨੈਟਵਰਕ ਸਿੰਗਲ ਲਿੰਕ ਦੇ ਫੇਲ ਹੋਣ ਕਾਰਨ ਪ੍ਰਭਾਵਿਤ ਹੁੰਦਾ ਹੈ। ਮੰਨ ਲਓ ਕਿਸੇ ਖਰਾਬ ਹੋ ਗਿਆ ਤਾਂ ਸਾਰੇ ਆਪਸ ਵਿੱਚ ਜੁੜ ਨਹੀਂ ਰਹਿ ਸਕਦੇ, ਪਰ ਸਿਸਟਮ ਕੀ ਬ੍ਰੇਕ ਹੋ ਜਾਊਗਾ। ਤੁਹਾਨੂੰ ਦਿਖਾਉਣਾ ਇਹਦਾ ਗ੍ਰਾਫਿਕਲੀ, ਮੰਨ ਲਓ ਇਸ ਨੇ ਡਾਟਾ ਭੇਜਣਾ ਹੈ ਇਸ ਨੂੰ, ਠੀਕ ਹੈ ਜੀ, ਇਸ ਨੇ ਡਾਟਾ ਭੇਜਣਾ ਹੈ ਇਸ ਨੂੰ, ਪਹਿਲਾਂ ਇਸ ਕੋਲ ਜਾਊ ਡਾਟਾ, ਫਿਰ ਇਸ ਕੋਲ ਜਾਊਗਾ, ਇਹ ਇੱਥੋਂ ਇੱਥੇ ਤੁਹਾਡਾ ਡਾਟਾ ਕੀ ਹੈ ਹੈਕ ਵੀ ਹੋ ਸਕਦਾ ਹੈ, ਇਹ ਥੋੜਾ ਜਿਹਾ ਇਸ ਚੀਜ਼ ਦੀ ਪ੍ਰੋਬਲਮ ਵੀ ਹੋ ਸਕਦੀ ਹੈ, ਜੇ ਥੋੜਾ ਜਿਹਾ ਸਟਰੋਂਗ ਬੰਦਾ ਹੈਗਾ ਅੱਗੇ ਹੈਕ ਵੀ ਕਰ ਸਕਦਾ ਡਾਟਾ, ਇਸ ਦੇ ਲਈ ਆਪਾਂ ਪ੍ਰੋਟੋਕੋਲ ਯੂਜ਼ ਕਰਦੇ ਹਾਂ ਬਹੁਤ ਸਾਰੇ, ਠੀਕ ਹੈ। ਤਾਂ ਦੇਖੋ ਜਿਹੜਾ ਆਹ ਸਿਸਟਮ ਹੈ ਜੀ, ਆਹ ਅਗਲੇ ਨਾਲ ਜੁੜਿਆ ਹੈ, ਪਿਛਲੇ ਨਾਲ, 2 ਨੋਡ ਨਾਲ ਹਮੇਸ਼ਾ ਜੁੜਿਆ ਹੋਊਗਾ, ਕੋਈ ਵੀ ਸਿਸਟਮ ਹੈ 2 ਨੋਡ ਨਾਲ ਜੁੜਿਆ ਹੋਊਗਾ, ਜਿਵੇਂ ਆਹ ਸਿਸਟਮ ਹੈ ਇਹਦੇ ਨਾਲ ਜੁੜਿਆ, ਇੱਕ ਇਹਦੇ ਨਾਲ ਜੁੜਿਆ। ਰਿੰਗ ਟੋਪੋਲੋਜੀ ਜੋ ਡਿਵਾਈਸਿਸ ਜੋ ਕੰਮ ਕਰਦੇ ਨੇ ਉਹ ਟੋਕਨ ਰਿੰਗ ਇੰਟਰਫੇਸ ਕਾਰਡ, ਟਵਿਸਟਡ ਪੇਅਰ ਕੇਬਲ, ਫਾਈਬਰ ਆਪਟੀਕਲ ਕੇਬਲ ਜਿਹੜੇ ਕੇਂਦਰੀ ਡਿਵਾਈਸ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਮਲਟੀ ਸਟੇਸ਼ਨ ਐਕਸੈਸ ਯੂਨਿਟ ਕਿਹਾ ਜਾਂਦਾ ਹੈ। ਜਿਹੜੇ ਵੀ ਡਿਵਾਈਸਿਸ ਜੁੜੇ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਮਲਟੀ ਸਟੇਸ਼ਨ ਐਕਸੈਸ, ਕਿਉਂਕਿ ਮਲਟੀਪਲ ਜਿਹੜੇ ਸਟੇਸ਼ਨ ਨੇ, ਜਿਵੇਂ ਆਹ ਸਟੇਸ਼ਨ ਹੈ ਇੱਥੋਂ ਆ ਸਾਰਿਆਂ ਨੂੰ ਕੀ ਕਰ ਰਹੇ ਨੇ, ਐਕਸੈਸ ਕਰ ਰਹੇ ਨੇ, ਇਸ ਕਰਕੇ ਕੀ ਕਹਿੰਦਾ ਮਲਟੀ ਸਟੇਸ਼ਨ ਐਕਸੈਸ ਯੂਨਿਟ। ਇਹ ਜੋ ਸਟੈਂਡਰਡ ਯੂਜ਼ ਹੁੰਦਾ ਜੀ IEEE 802.5 ਟੋਕਨ ਰਿੰਗ ਨੈਟਵਰਕ ਤੋਂ ਬਣਿਆ ਹੁੰਦਾ ਹੈ, ਜੋ ਅਸਲ ਕਿਹਨੇ ਬਣਾਇਆ ਜੀ, IBM ਕੰਪਨੀ ਨੇ ਬਣਾਇਆ, ਠੀਕ ਹੈ। ਇਸ ਤੋਂ ਆਪਾਂ ਗੱਲ ਕਰਦੇ ਹਾਂ 4th ਮੈਸ਼ ਟੋਪੋਲੋਜੀ। ਇਹ ਚ ਡੈਡੀਕੇਟਡ ਲਿੰਕ ਹੁੰਦੇ ਨੇ, ਹਰ ਇੱਕ ਕੰਪਿਊਟਰ ਦਾ ਦੂਸਰੇ ਕੰਪਿਊਟਰ ਨਾਲ ਸਿੱਧਾ ਡਾਇਰੈਕਟ ਲਿੰਕ ਹੁੰਦਾ, ਹਰ ਇੱਕ ਕੰਪਿਊਟਰ ਨਾਲ ਦੂਜੇ ਜਿੰਨੇ ਵੀ ਕੰਪਿਊਟਰ ਜੁੜੋਗੇ ਉਹਨਾਂ ਨਾਲ ਡਾਇਰੈਕਟ ਕੇਬਲ ਪਾਈ ਹੋਊਗੀ, ਠੀਕ ਹੈ ਜੀ। ਦੇਖੋ ਜਿਵੇਂ ਮੈਸ਼ ਟੋਪੋਲੋਜੀ ਚ ਕੀ ਹੈ, ਸਾਰੇ ਨੋਡਸ ਇੱਕ ਦੂਜੇ ਨਾਲ ਕੀ ਜੁੜੇ ਹੁੰਦੇ ਨੇ, ਜਿਵੇਂ ਇਹਦਾ ਹੈ, ਇਹ ਕੰਪਿਊਟਰ ਨਾਲ ਵੀ ਜੁੜਿਆ ਹੈ ਕੇਬਲ ਪਾ ਕੇ, ਇਹਦਾ ਇੱਕ ਕੰਪਿਊਟਰ ਨਾਲ ਜੁੜਿਆ, ਇੱਥੇ ਵੀ ਕੇਬਲ ਪਈ ਹੈ ਇਸ ਨਾਲ ਕੰਪਿਊਟਰ ਨਾਲ ਜੁੜਨ ਵਾਸਤੇ, ਇਸ ਸਾਰਿਆਂ ਨਾਲ ਕੀ ਹੈ ਡੈਡੀਕੇਟਡ ਲਿੰਕ ਹੈ, ਸਿੰਗਲ ਕੇਬਲ ਕੀ ਹੈ, ਜਿੰਨੇ ਵੀ ਕੰਪਿਊਟਰ ਜੋੜੋਗੇ ਉਹਨਾਂ ਨਾਲ ਕੀ ਹੈ ਇੱਕ ਕੇਬਲ ਜੁੜੀ ਹੋਈ ਹੈ। ਹਰ ਪੂਰੇ ਮੈਸ਼ ਨੂੰ ਹਰ ਇੱਕ ਨੋਡ ਦੀ ਪੂਰੀ ਕਨੈਕਟੀਵਿਟੀ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਡਾਟਾ ਇੱਕ ਪਾਸੇ ਦੇ ਇੱਕ ਹੋਰ ਪਾਸੇ ਹੀ ਭੇਜਿਆ ਜਾਵੇ। ਮੰਨ ਲਓ ਇਹਨੇ ਡਾਟਾ ਇਸ ਨੂੰ ਭੇਜਣਾ ਹੈ, ਇਹਨੂੰ ਭੇਜਣਾ ਹੈ, ਜਿੰਨੇ ਮਰਜ਼ੀ ਵਾਰੀ ਭੇਜ ਸਕਦਾ, ਇੱਕੋ ਟਾਈਮ ਤੇ ਸਾਰਿਆਂ ਨੂੰ ਭੇਜ ਸਕਦਾ, ਇਹਨੂੰ ਭੇਜਣਾ, ਇਹਨੂੰ ਭੇਜਣਾ। ਇਸ ਤੋਂ ਭਾਵ ਹੈ ਕਿ ਇੱਥੇ ਕਾਫੀ ਜ਼ਿਆਦਾ ਨਕਲੀ ਕੰਮ ਹੁੰਦਾ, ਨਕਲੀ ਕੰਮ ਮਤਲਬ ਆਪਾਂ ਇਸ ਨੂੰ ਡਾਟਾ ਭੇਜਣਾ ਉਹਦੀ ਸੇਮ ਭੇਜ ਸਕਦੇ,
ਇਹ ਮਹਿੰਗੀ ਕਿਉਂ ਹੁੰਦੀ ਹੈ? ਕਿਉਂਕਿ ਆਪਾਂ ਨੂੰ ਕੇਬਲਿੰਗ, ਤੁਹਾਨੂੰ ਪਤਾ ਤਾਰਾਂ ਬਹੁਤ ਯੂਜ਼ ਹੋ ਰਹੀਆਂ, ਕਿਉਂਕਿ ਹਰ ਇੱਕ ਨਾਲ ਕੀ ਡੈਡੀਕੇਟਡ ਲਿੰਕ, ਹਰ ਇੱਕ ਨਾਲ ਕੀ ਆਪਾਂ ਇੱਕ ਕੇਬਲ ਸਿੱਧਾ ਪਾਸ ਦਿੱਤਾ ਹੋਏਗਾ ਜੋੜਨ ਵਾਸਤੇ, ਇਸ ਕਰਕੇ ਮਹਿੰਗਾ ਥੋੜਾ ਜਿਹਾ ਕੋਸਟਲੀ ਹੁੰਦਾ ਹੈਗਾ। ਠੀਕ ਹੈ, ਉਸ ਤੋਂ ਹਾਈਬ੍ਰਿਡ ਦੇ ਵਿੱਚ ਕੀ ਸਾਰੀ ਤਰ੍ਹਾਂ ਦੀਆਂ ਟਪੋਲੋਜੀਆਂ ਆ ਜਾਂਦੀਆਂ, ਜਦੋਂ ਸਾਰੀਆਂ ਦੋ ਤੋਂ ਵੱਧ ਟਪੋਲੋਜੀ ਆਪਸ ਵਿੱਚ ਜੁੜ ਜਾਣ, ਉਹਨੂੰ ਕੀ ਬੋਲਦੇ ਆਪਾਂ? ਹਾਈਬ੍ਰਿਡ ਟਪੋਲੋਜੀ ਬੋਲਦੇ, ਜਿਸ ਵਿੱਚ ਸਟਾਰ ਵੀ ਹੋ ਸਕਦੀ ਹੈ, ਬੱਸ ਵੀ ਟੋਪੋਲੋਜੀ ਯੂਜ਼ ਹੋ ਸਕਦੀ ਹੈ, ਮੈਸ਼ ਟੋਪੋਲੋਜੀ ਯੂਜ਼ ਹੋ ਸਕਦੀ ਹੈ, ਕਿਹੜੀਆਂ ਮਰਜ਼ੀ ਟੋਪੋਲੋਜੀ ਯੂਜ਼ ਹੋ ਸਕਦੀ ਹੈ, ਦੋ ਜਾਂ ਦੋ ਤੋਂ ਵੱਧ। ਜਦੋਂ ਕਹਿੰਦੇ ਉੱਪਰ ਲਿਖੀਆਂ ਜਿਹੜੀਆਂ ਦੋ ਜਾਂ ਦੋ ਤੋਂ ਵੱਧ ਟੋਪੋਲੋਜੀ ਕੀ ਹੈ ਜੋੜ ਹੋਊਗਾ, ਉਹਨੂੰ ਕੀ ਬੋਲਦੇ ਆਪਾਂ? ਹਾਈਬ੍ਰਿਡ ਟੋਪੋਲੋਜੀ ਕਿਹਾ ਜਾਂਦਾ। ਟਵਿਸਟਡ ਪੇਅਰ ਕੇਬਲ ਤੁਹਾਨੂੰ ਦੱਸਤਾ, ਇਹ ਅਲੱਗ-ਅਲੱਗ ਹੁੰਦੀਆਂ, ਸਪੀਡਸ ਹੁੰਦੀਆਂ ਨੇ, ਜਿਵੇਂ CAT 5E, CAT 5.6, CAT 5.1, ਅਲੱਗ-ਅਲੱਗ ਕੇਬਲ। ਜਿਵੇਂ 8 ਪੇਅਰਾਂ ਦੀ ਹੁੰਦੀ, 8 ਪੇਅਰਾਂ ਦਾ ਮਤਲਬ 4 ਉਸ ਚ ਨੋਡਸ ਨਿਕਲਦੇ, 4 ਸਿਗਨਲ ਨਿਕਲਦੇ ਨੇ। ਆਮ ਤੁਸੀਂ ਲੈਬ ਦੇ ਵਿੱਚ ਦੇਖ ਲਿਓ ਕਿ ਜਿਹੜਾ RJ45 ਕਨੈਕਟਰ ਜੁੜਿਆ ਹੁੰਦਾ ਹੈਗਾ ਲੈਂਡ ਪੋਰਟ ਦੇ ਨਾਲ ਮਗਰ ਕੰਪਿਊਟਰ ਦੇ, ਠੀਕ ਹੈ, ਉਹ ਕੀ ਇੱਕ ਲੈਂਡ ਜਿਹੜਾ ਟਵਿਸਟਡ ਪੇਅਰ ਕੇਬਲ ਹੁੰਦੀ ਹੈ। ਕੋਐਕਸੀਅਲ ਕੇਬਲ ਦੀ ਤੁਹਾਨੂੰ ਉਦਾਹਰਨ ਦਿੱਤੀ, ਤੁਹਾਡੇ ਟੈਲੀਵਿਜ਼ਨ ਦੇ ਜਿਹੜੀ ਮਗਰ ਬਲੈਕ ਕੇਬਲ ਹੁੰਦੀ ਹੈਗੀ, ਠੀਕ ਹੈ, ਉਹ ਕੋਐਕਸੀਅਲ ਕੇਬਲ ਹੈ। ਹੁਣ ਛਿੱਲ ਕੇ ਦੇਖ ਲਿਓ, ਤੁਹਾਨੂੰ ਦੱਸਿਆ ਪਹਿਲਾਂ ਆਊਟਰ ਵਾਈਟ ਹੁੰਦਾ ਹੈਗਾ, ਸੌਰੀ ਬਲੈਕ ਹੁੰਦਾ ਹੈ ਆਊਟਰ ਜੈਕਟ, ਠੀਕ ਹੈ। ਉਸ ਤੋਂ ਬਾਅਦ ਇਨਸੂਲੇਟਰ ਵੀ ਬੋਲਦੇ ਨੇ ਆਪਾਂ। ਉਸ ਤੋਂ ਬਾਅਦ ਜਿਹੜਾ ਇੱਕ ਸ਼ੀਲਡ ਨਿਕਲਦੀ ਹੈ, ਨੈਟ ਜਾਂ ਜਾਲ ਜਾਂ ਹੁੰਦਾ ਹੈਗਾ, ਠੀਕ ਹੈ, ਸਿਲਵਰ ਕਲਰ ਦਾ। ਉਸ ਤੋਂ ਬਾਅਦ ਫਿਰ ਇੱਕ ਵਾਈਟ ਨਿਕਲਦਾ ਹੈਗਾ ਇਨਰ ਜੈਕਟ, ਠੀਕ ਹੈ। ਉਸ ਤੋਂ ਬਾਅਦ ਕੰਡਕਟਰ ਨਿਕਲਦੇ ਨੇ, ਠੀਕ ਹੈ। ਟਵਿਸਟਡ ਪੇਅਰ ਵਿੱਚ ਸਿੰਗਲ ਸਰਕਟ ਦੇ ਦੋ ਕੰਡਕਟਰ ਬਾਹਰੀ ਸਾਧਨਾਂ ਤੋਂ ਇਲੈਕਟ੍ਰੋਮੈਗਨੈਟਿਕ ਫੀਲਡ ਇੰਟਰਫੇਸ ਨੂੰ ਕੈਂਸਲ ਕਰਨ ਦੇ ਲਈ ਕਿ ਮਰੋੜੇ ਹੁੰਦੇ ਨੇ। ਇਸ ਤਰ੍ਹਾਂ ਦੇ ਹੁੰਦੇ ਆ ਸ਼ੇਪ ਇਹਨਾਂ ਦੀ, ਐ ਸੱਪ ਜੇ ਵਾਂਗੂ, ਠੀਕ ਹੈ। ਸਨੈਕਸ ਦੀ ਟਾਈਪ ਇੱਕ ਸਾਈਨ ਵੇਵ ਦੀ ਤਰ੍ਹਾਂ ਆਪਸ ਵਿੱਚ ਕਿਵੇਂ ਨਹੀਂ ਜੁੜੇ, ਤੁਹਾਨੂੰ ਦਿਖਾ ਵੀ ਦਿੰਦੇ ਆ। ਮੈਂ ਦੁਬਾਰਾ ਦਿਖਾ ਰਿਹਾ ਇੱਕ ਵਾਈਟ ਬੋਰਡ ਯੂਜ਼ ਕਰਕੇ, ਇਸ ਤਰ੍ਹਾਂ ਦੀ ਕਰਕੇ ਇਸ ਤਰ੍ਹਾਂ ਦੀ ਕ੍ਰੋਸਿੰਗ ਕੀਤੀ ਹੁੰਦੀ ਹੈ। ਇਹ ਕਿਉਂ ਕੀਤੀ ਹੁੰਦੀ ਹੈ? ਮੰਨ ਲਓ ਇਸ ਤਰ੍ਹਾਂ ਡਾਟਾ ਇਸ ਤਰ੍ਹਾਂ ਹੀ ਜਾ ਰਿਹਾ ਹੈਗਾ, ਇਸ ਕੇਬਲ ਦੇ ਰਾਹੀਂ, ਜਿਹੜੀ ਦੂਜੀ ਕੇਬਲ ਆ ਉਹਦੀ ਇੰਟਰਫਰੈਂਸ ਨੂੰ ਰੋਕਦੀ ਹੈ। ਮੰਨ ਲਓ ਬਹੁਤ ਸਾਰੇ ਅਬਸਟ੍ਰੈਕਟਰ ਹੁੰਦੇ ਨੇ ਆਪਣੇ ਕੋਲ, ਦੁਬਾਰਾ ਆਉਂਦੀਆਂ ਨੇ, ਜਾਂ ਕੋਈ ਹੋਰ ਕੁਝ ਨੋਇਸ ਕ੍ਰੀਏਟ ਹੁੰਦੀ ਹੈ, ਜਾਂ ਹੀਟ ਆ ਜਾਂਦੀ ਹੈਗੀ ਕੇਬਲ ਦੇ ਵਿੱਚ, ਉਸ ਚੀਜ਼ ਨੂੰ ਰੋਕਣ ਵਾਸਤੇ, ਜਿਹੜੀ ਦੂਸਰੀ ਇੰਟਰਫਰੈਂਸ ਨੂੰ ਰੋਕਣ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਇਸ ਤਰ੍ਹਾਂ ਹੀ ਤੁਹਾਨੂੰ ਨਜ਼ਰ ਆਉਣਗੇ ਹਰ ਇੱਕ। ਕੋਐਕਸੀਅਲ ਕੇਬਲ ਹੈ, ਉਸ ਦੇ ਵਿੱਚ ਕੀ ਹੁੰਦਾ ਹੈਗਾ, ਇਸ ਤਰ੍ਹਾਂ ਦਾ ਪਹਿਲਾਂ ਆਊਟਰ ਜੈਕਟ ਲੱਗਦਾ, ਫਿਰ ਅੱਗੇ ਫੇਰ ਇਸ ਤਰ੍ਹਾਂ ਦਾ ਲੱਗਿਆ ਹੁੰਦਾ, ਫਿਰ ਅੱਗੇ ਇਸ ਤਰ੍ਹਾਂ ਦਾ, ਫੇਰ, ਠੀਕ ਹੈ, ਫਿਰ ਅੱਗੇ ਇਸ ਸ਼ੀਲਡ ਲੱਗੀ ਹੁੰਦੀ ਹੈਗੀ, ਜਿਹੜੀ ਤੁਹਾਨੂੰ ਦੱਸਿਆ ਸਿਲਵਰ ਟਾਈਪ, ਠੀਕ ਹੈ। ਇਹ ਥੋੜਾ ਬਲੈਕ ਜੈਕਟ ਹੋ ਗਿਆ, ਇੱਕ ਵਾਈਟ ਜਾਂਦਾ, ਉਸ ਤੋਂ ਬਾਅਦ ਕੰਡਕਟਰ ਨਿਕਲਦਾ, ਇਹ ਕੰਡਕਟਰ। ਇਸੇ ਤਰ੍ਹਾਂ ਹੀ ਇੱਥੇ ਕੰਡਕਟਰ ਹੁੰਦੇ ਨੇ, ਠੀਕ ਹੈ, ਇੱਕ ਇੱਥੇ ਕੰਡਕਟਰ ਹੈ, ਇੱਕ ਇੱਥੇ ਕੰਡਕਟਰ ਹੈ। एक ही है ट्विस्टेड पेयर केबल है, एक ही है कोएक्सियल केबल है। ठीक है, जिमें यूटीपी का लाइसेंस है अनशील्ड ट्विस्टेड पेयर केबल, एसटीपी का सील्ड ट्विस्टेड पेयर केबल, ठीक है। ਟੈਲੀਫੋਨ ਸਿਸਟਮ ਵਿੱਚ ਵਰਤਦੇ यूटीपी, ਠੀਕ ਹੈ, ਤੁਸੀਂ ਦੇਖ ਰਹੇ ਹੋ ਬਾਲ ਜੇ ਨਿਕਲਦੇ ਨੇ ਵਾਈਟ ਜੇ, ਠੀਕ ਹੈ। ਟੈਲੀਫੋਨ ਦੀ ਤਾਰ ਦੇਖੀ ਉਹ ਚ ਵਾਈਟ ਜੇ ਬਾਲ ਹੁੰਦੇ ਨੇ, ਇਹ ਧਾਗੇ ਜਿਹੇ ਹੁੰਦੇ ਨੇ ਵਾਈਟ ਜੇ ਵਾਲ ਕਹਿੰਦੇ ਨੇ ਆਪਾਂ। RJ45 ਕਨੈਕਟਰ ਦਾ ਪੂਰਾ ਨਾਮ ਕੀ ਹੈ? ਰਜਿਸਟਰ ਜੈਕ ਕਨੈਕਟਰ, ਜਿਹੜੇ ਅੰਤਲੇ ਸਿਰਿਆਂ ਦੇ ਜੋੜ ਨੂੰ ਕਰਦਾ ਜੀ। ਤੁਹਾਨੂੰ ਉੱਪਰ ਦਿਖਾਈ ਵੀ ਹੈ ਇਹਦੀ ਇਮੇजेस, ਠੀਕ ਹੈ। ਇਹ ਵੀ ਦੋ ਤਰ੍ਹਾਂ ਦੇ, ਇੱਕ ਮੇਲ ਕਨੈਕਟਰ ਹੁੰਦਾ, ਇੱਕ ਫੀਮੇਲ ਕਨੈਕਟਰ ਹੁੰਦਾ, ਠੀਕ ਹੈ। ਜਿਸ ਦੇ ਵਿੱਚ ਆਪਾਂ ਪਾਉਂਦੇ ਹਾਂ, ਠੀਕ ਹੈ, ਉਹ ਕੀ ਇੱਕ ਮੇਲ ਕਨੈਕਟਰ ਦਾ, ਜਿਹੜਾ ਆਪਾਂ ਇਨਸਰਟ ਕਰ ਦਿਆਂਗੇ ਉਹ ਕੀ ਹੈ? ਫੀਮੇਲ ਕਨੈਕਟਰ। ਟੈਕਨੀਕਲ ਲੈਂਗੁਏਜ ਦੇ ਵਿੱਚ ਇਸ ਤਰ੍ਹਾਂ ਬੋਲਦੇ। ਟਵਿਸਟਡ ਪੇਅਰ ਕੇਬਲ ਇਥਰਨੈਟ ਕੇਬਲ ਸਟ੍ਰੇਟ ਥਰੋ ਜਾਂ ਕ੍ਰੋਸ ਓਵਰ ਨਾਲ ਜੁੜੇ ਹੋ ਸਕਦੇ। ਤੁਹਾਨੂੰ ਦਿਖਾਤਾ ਜੀ ਕਰਕੇ ਕ੍ਰੋਸ ਓਵਰ ਕਿਵੇਂ ਜੁੜੇ ਹੁੰਦੇ ਨੇ। ਇਹ ਹੱਬ ਰਾਊਟਰ ਜੋੜਨ ਦੇ ਲਈ ਆਪਾਂ ਕੀ ਕੇਬਲ ਨੂੰ ਕੀ ਕਰਦੇ ਹਾਂ? ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਫਾਈਬਰ ਆਪਟੀਕਲ, ਜਿਹੜੀ ਅੱਜ ਕੱਲ੍ਹ ਦੀ 5G ਟੈਕਨੋਲੋਜੀ ਚੱਲ ਰਹੀ ਹੈ, ਜਾਂ ਤੁਸੀਂ ਦੇਖ ਰਹੇ ਹੋ 4G ਟੈਕਨੋਲੋਜੀ ਹੈ, ਉਹ ਫਾਈਬਰ ਆਪਟਿਕ ਕੇਬਲ ਦੇ ਨਾਲ, ਕਿਉਂਕਿ ਇਸ 'ਚ ਸਪੀਡ ਬਹੁਤ ਜ਼ਿਆਦਾ ਹੈ। ਜਿੰਨੀ ਮਰਜ਼ੀ ਤੁਸੀਂ ਦੂਰੀ ਤੇ ਹੋ, ਡਾਟਾ ਬਹੁਤ ਸਪੀਡ ਨਾਲ ਭੇਜਣਾ ਹੋਵੇ ਤਾਂ ਆਪਾਂ ਫਾਈਬਰ ਆਪਟੀਕਲ ਦੀ ਮਦਦ ਨਾਲ ਭੇਜ ਸਕਦੇ। ਫਾਈਬਰ ਆਪਟੀਕਲ ਕੇਬਲ ਇੱਕ ਜਾਂ ਜ਼ਿਆਦਾ ਆਪਟੀਕਲ ਫਾਈਬਰਸ ਹੁੰਦੇ ਨੇ। ਫਾਈਬਰ ਆਪਟੀਕਲ ਕੇਬਲਾਂ ਵਿੱਚ ਬਹੁਤ ਜ਼ਿਆਦਾ ਜਿਹੜੀ ਲੰਬੀ ਦੂਰੀ ਹੈ, ਵਧੀਆ ਸਪੀਡ
ਨਾਲ ਡਾਟਾ ਭੇਜਣ ਦੇ ਲਈ ਕੀ ਹੈ ਆਦਰਸ਼ ਹੁੰਦੇ ਆ, ਬਹੁਤ ਵਧੀਆ ਸਾਬਿਤ ਰਹਿੰਦੇ ਆ। ਇਸ ਦੇ ਵਿੱਚ ਕੀ ਹੁੰਦਾ EMI ਨੀਅਰ ਐਂਡ ਕ੍ਰੋਸ ਟਾਕ ਫੋਰ ਐਂਡ ਕ੍ਰੋਸ ਟਾਕ ਲਈ ਨਹੀਂ ਵਰਤੀ ਜਾਂਦੀ। ਤੁਸੀਂ ਆਮ ਦੇਖਦੇ ਹੋ ਕਈ ਵਾਰ ਇੰਟਰਫਰੈਂਸ ਆ ਜਾਂਦੀ ਹੈਗੀ, ਜਿਵੇਂ ਨੋਇਸ ਕ੍ਰੀਏਟ ਹੋ ਜਾਂਦੀ ਹੈ, ਜਾਂ ਤੁਸੀਂ ਟੈਲੀਫੋਨ ਤੇ ਗੱਲ ਕਰਦੇ ਹੋ ਤਾਂ ਇੱਕ ਬੈਕ ਤੇ ਨੋਇਸ ਹੁੰਦੀ ਹੈਗੀ, ਕ੍ਰੋਸ ਟਾਕ ਨੋਇਸ, ਠੀਕ ਹੈ, ਉਸ ਦੇ ਲਈ ਆਪਾਂ ਯੂਜ਼ ਕਰ ਸਕਦੇ ਹਾਂ ਨਾ। ਉਸ ਦੇ ਲਈ ਆਪਾਂ ਟਵਿਸਟਡ ਪੇਅਰ ਕੇਬਲ ਜਿਹੜੀ ਇੱਕ ਦੂਸਰੀ ਕੇਬਲ ਸੀ ਇੰਟਰਫਰੈਂਸ ਰੋਕਣ ਦੇ ਲਈ ਆਪਾਂ ਉਹਦੀ ਮਦਦ ਲੈਂਦੇ ਹਾਂ, ਠੀਕ ਹੈ। ਇਹ 'ਚ ਗਲਾਸ ਟਾਈਪ ਤੁਹਾਨੂੰ ਨਜ਼ਰ ਆਉਂਦੇ ਜਿਹਦੇ ਵਿੱਚ ਇੱਕ ਲਾਈਟ ਪਾਸ ਹੁੰਦੀ, ਠੀਕ ਹੈ। ਪਲਾਸਟਿਕ ਕਿਸਮਾਂ ਟੈਲੀਫੋਨ ਦੀ ਬਣੀ ਪਲਾਸਟਿਕ ਜੈਕਟ PVC ਸ਼ਾਮਲ ਹੁੰਦੇ ਨੇ, ਠੀਕ ਹੈ, ਜਿਹੜੇ ਕੇਬਲ ਨੂੰ ਬਚਾਉਂਦੇ ਨੇ। ਇਸ ਤਰ੍ਹਾਂ ਦੀ ਜਿਹੜੀ ਕੇਬਲ ਹੈ ਉਹਨੂੰ ਬੋਲਦੇ ਆਪਾਂ ਫਾਈਬਰ ਆਪਟੀਕਲ। ਲੇਜ਼ਰ ਹੁੰਦੀ ਹੈ, ਮੂਵ ਕਰਦੀ ਹੈ ਜੀ ਇਸ ਤਰ੍ਹਾਂ ਦੀ, ਕੋਰ, ਕਲੈਡਿੰਗ, ਬਫਰ, ਜੈਕਟ, ਇਸ ਤਰ੍ਹਾਂ ਹੀ ਸਾਰੀਆਂ। ਇੱਕ ਗਲਾਸ ਹੈ, ਗਲਾਸ ਦੇ ਵਿੱਚ ਕਿ ਤੈਨੂੰ ਲਾਈਟ ਨਜ਼ਰ ਆਉਂਦੀ, ਠੀਕ ਹੈ। ਇੰਟਰਫਰੈਂਸ ਬਹੁਤ ਘਟਦੀ ਹੈ ਇਹਦੇ ਨਾਲ, ਠੀਕ ਹੈ। ਇੱਕ ਹੈ ਇੱਕ ਫਾਈਬਰ ਆਪਟੀਕਲ, ਆਪਾਂ ਦੇਖ ਵੀ ਲੈਂਦੇ ਹਾਂ, ਦਿਖਾ ਵੀ ਦਿੰਦੇ ਹਾਂ। ठीक है, एक है ट्विस्टेड पेयर केबल, देखो ये कंडक्टर है, ये सारी ट्विस्टेड पेयर केबल। इन्हें RJ45 कनेक्टर, ये मेल कनेक्टर नहीं है, फीमेल कनेक्टर है। मेल कनेक्टर ਜਿਹਦੇ ਚ ਆਪਾਂ ਇਹਨੂੰ ਇਨਸਰਟ ਕਰਾਂਗੇ ਉਹ ਮੇਲ ਕਨੈਕਟਰ RJ45 ਕਨੈਕਟਰ CAT 5P। ਇਸ ਤਰ੍ਹਾਂ ਦੀ ਕੇਬਲ ਹੁੰਦੀ ਆ, ਜਿਹੜੀ ਕੇਬਲ ਹੈ ਇਸ ਦੇ ਵਿੱਚ ਆ ਚੀਜ਼ ਨਿਕਲਦੀ ਹੈ, ਰੈੱਡ, ਔਰੇਂਜ, ਬਰਾਊਨ ਸ਼ੀਲਡਿੰਗ, ਆ ਸਾਰੇ ਫੀਮੇਲ ਮੇਲ ਕਨੈਕਟਰ ਨੇ। ਆ ठीक है, इस तरह ही तुम कोएक्सियल केबल दिखा देना। कोएक्सियल इस तरह ਤੁਹਾਨੂੰ ਕੋਐਕਸੀਅਲ ਕੇਬਲ ਨਜ਼ਰ ਆਉਂਦੀ ਹੈ ਜਿਹੜੀ ਤੁਸੀਂ ਘਰਾਂ 'ਚ TV ਦੇਖਦੇ ਆ ਕਨੈਕਟਰ ਹੁੰਦੇ ਨੇ। ਇੱਕ ਪਹਿਲਾਂ ਠੀਕ ਆ ਸ਼ੀਲਡ ਕੀਤੀ ਆ, ਫਿਰ ਇਨਰ, ਫਿਰ ਆ ਕੰਡਕਟਰ ਹੈ, ਆਊਟਰ ਜੈਕਟ, ਕੰਡਕਟਿੰਗ ਸ਼ੀਲਡ, ਇਲੈਕਟ੍ਰਿਕ ਸੈਂਟਰ ਫਲੂਇਡ। ਅਲੱਗ-ਅਲੱਗ ਕਨੈਕਟਰ ਯੂਜ਼ ਹੋ ਰਹੇ ਨੇ। ਇੱਥੇ ਅਲੱਗ ਕਨੈਕਟਰ ਯੂਜ਼ ਹੋ ਰਿਹਾ ਹੈਗਾ, ਠੀਕ ਹੈ, ਇੱਥੇ ਅਲੱਗ ਯੂਜ਼ ਹੋ ਰਿਹਾ ਹੈ। ਫਾਈਬਰ ਆਪਟਿਕ ਗੱਲ ਤੁਸੀਂ ਦੱਸਿਆ ਸੀ, ਦੇਖੋ ਇਸ ਤਰ੍ਹਾਂ ਲਾਈਟਿੰਗ ਪਾਸ ਆ ਜਿਹੜੀਆਂ ਤਾਰਾਂ ਨੇ ਇਹਨਾਂ ਵਿੱਚ ਕਿ ਗਲਾਸ ਟਾਈਪ, ਉਸ ਦੇ ਵਿੱਚ ਕੀ ਲਾਈਟ ਪਾਸ ਹੁੰਦੀ ਹੈ, ਬਹੁਤ ਜ਼ਿਆਦਾ ਸਪੀਡ ਨਾਲ ਲਾਈਟ ਪਾਸ ਹੁੰਦੀ ਹੈ, ਜਿਨ੍ਹਾਂ ਨਾਲ ਆਪਣਾ ਡਾਟਾ ਕੀ ਜਲਦੀ ਬਹੁਤ ਦੂਰ ਤੱਕ ਕੀ ਪਹੁੰਚ ਸਕਦਾ ਹੈ ਕੁਝ ਹੀ ਸੈਕਿੰਡਾਂ।
ਓਕੇ ਥੈਂਕ ਯੂ।